मैं डॉक्टर सरबजीत सिंह ਅਸਿਸਟੈਂਟ ਪ੍ਰੋਫੈਸਰ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਖਾਲਸਾ ਕਾਲਜ ਪਟਿਆਲਾ ਤੋਂ ਹਾਂ। ਪਿਆਰੇ ਵਿਦਿਆਰਥੀਓ, ਅੱਜ ਅਸੀਂ ਭਾਸ਼ਾ ਵਿਗਿਆਨ ਅਤੇ ਹੋਰ ਵਿਗਿਆਨ ਵਿਸ਼ੇ 'ਤੇ ਗੱਲ ਕਰਾਂਗੇ। ਜਦੋਂ ਅਸੀਂ ਇਸ ਵਿਸ਼ੇ 'ਤੇ ਗੱਲ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਇਹ ਦੇਖਣਾ ਪਊਗਾ ਕਿ ਭਾਸ਼ਾ ਕੀ ਹੈ। ਭਾਸ਼ਾ ਉਹ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਮਨੋਭਾਵਾਂ ਨੂੰ ਸੰਚਾਰ ਕਰਕੇ ਦੂਜੇ ਮਨੁੱਖਾਂ ਤੱਕ ਪਹੁੰਚਾਉਂਦਾ ਹੈ। ਭਾਸ਼ਾ ਬਹੁਤ ਹੀ ਗੁੰਝਲਦਾਰ ਪ੍ਰਬੰਧ ਹੁੰਦੇ ਹੋਏ ਵੀ ਸੰਚਾਰ ਪ੍ਰਬੰਧ ਹੈ। ਭਾਸ਼ਾ ਦਾ ਸੰਚਾਰ ਇੱਕ ਜ਼ਰੂਰੀ ਤੱਤ ਹੈ। ਭਾਸ਼ਾ ਆਪਣੇ ਦੋਨੇ ਰੂਪਾਂ ਵਿੱਚ ਹੀ ਸੰਚਾਰ ਕਰਦੀ ਹੈ। ਭਾਸ਼ਾ ਸਿਰਫ ਲਿਖਤੀ ਰੂਪ ਤੱਕ ਹੀ ਸੀਮਿਤ ਨਹੀਂ ਹੈ, ਸਗੋਂ ਇਸ ਦੇ ਕਈ ਹੋਰ ਵੀ ਮਾਧਿਅਮ ਹਨ। ਭਾਸ਼ਾ ਦੇ ਸੰਬੰਧ ਵਿੱਚ ਬਹੁਤ ਸਾਰੀਆਂ ਧਾਰਨਾਵਾਂ ਵੀ ਪ੍ਰਚਲਿਤ ਹਨ। ਇਸ ਸੰਬੰਧ ਵਿੱਚ ਡਾਕਟਰ ਹਰਕੀਰਤ ਸਿੰਘ ਲਿਖਦੇ ਹਨ, ਕਈ ਵਾਰੀ ਕਿਹਾ ਜਾਂਦਾ ਹੈ ਕਿ ਭਾਸ਼ਾ ਕੁਦਰਤ ਦੀ ਦਾਤ ਹੈ, ਪਰ ਇਹ ਇੱਕ ਵਿਗਿਆਨਕ ਸੱਚਾਈ ਨਹੀਂ, ਕਿਉਂਕਿ ਭਾਸ਼ਾ ਮਨੁੱਖ ਸਮਾਜ ਵਿੱਚੋਂ ਸਿੱਖਦਾ ਹੈ। ਸੋ ਭਾਸ਼ਾ ਮਨੁੱਖ ਸਮਾਜ ਵਿੱਚ ਰਹਿ ਕੇ ਸਿੱਖਦਾ ਹੈ ਅਤੇ ਉਹ ਸਮਾਜ ਦਾ ਹਿੱਸਾ ਬਣ ਕੇ ਰਹਿੰਦਾ ਹੈ। ਭਾਸ਼ਾ ਤੋਂ ਬਾਅਦ ਅਸੀਂ ਗੱਲ ਕਰਾਂਗੇ ਭਾਸ਼ਾ ਵਿਗਿਆਨ ਦੀ। ਅਸੀਂ ਭਾਸ਼ਾ ਨੂੰ ਸੰਚਾਰ ਦੇ ਮਾਧਿਅਮ ਦੇ ਨਾਲ ਨਾਲ ਗੈਰ ਭਾਸ਼ਕੀ ਯੁਕਤਾਂ ਵਜੋਂ ਵੀ ਵਿਚਾਰਦੇ ਹਾਂ ਤਾਂ ਸਾਡੇ ਸਾਹਮਣੇ ਕੁਝ ਨਵੇਂ ਨਿਯਮ ਆਉਂਦੇ ਹਨ। ਭਾਸ਼ਾ ਵਿੱਚ ਜਿੰਨੇ ਮਰਜ਼ੀ ਅੰਤਰ ਹੋਣ, ਪਰ ਇਸ ਦੀਆਂ ਵਿਸ਼ੇਸ਼ਤਾਵਾਂ ਮੂਲ ਹੀ ਰਹਿੰਦੀਆਂ ਹਨ। ਭਾਸ਼ਾ ਦੇ ਵਿਗਿਆਨਕ ਤਰੀਕੇ ਨਾਲ ਅਧਿਐਨ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ। ਸਮਾਜ ਵਿੱਚ ਰਹਿੰਦੇ ਵਿਅਕਤੀ ਭਾਸ਼ਾ ਨੂੰ ਲਿੰਗ, ਜਾਤ, ਉਮਰ, ਕਿੱਤੇ ਆਦਿ ਆਧਾਰਾਂ 'ਤੇ ਵੰਡਦੇ ਹਨ। ਇਸ ਸੰਬੰਧ ਵਿੱਚ ਡਾਕਟਰ ਬਲਦੇਵ ਚੀਮਾ ਜੀ ਕਹਿੰਦੇ ਹਨ, ਇਸ ਤਰ੍ਹਾਂ ਦੇ ਭਾਸ਼ਾਈ ਆਧਾਰ ਦੇ ਅਧਿਐਨ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ। ਹੁਣ ਅਸੀਂ ਗੱਲ ਕਰਾਂਗੇ ਕਿ ਭਾਸ਼ਾ ਵਿਗਿਆਨ ਅਤੇ ਹੋਰ ਵਿਗਿਆਨਾਂ ਵਿੱਚ ਆਪਸੀ ਸੰਬੰਧ ਕੀ ਹੈ। ਭਾਸ਼ਾ ਵਿਗਿਆਨ ਤੇ ਹੋਰ ਵਿਗਿਆਨ ਬਾਰੇ ਚਰਚਾ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ, ਜਿਸ ਤਰ੍ਹਾਂ ਭਾਸ਼ਾ ਅਤੇ ਭਾਸ਼ਾ ਵਿਗਿਆਨ ਦਾ ਆਪਸੀ ਸੰਬੰਧ ਹੈ, ਉਸੇ ਤਰ੍ਹਾਂ ਹੀ ਭਾਸ਼ਾ ਵਿਗਿਆਨ ਅਤੇ ਹੋਰ ਵਿਗਿਆਨ ਆਪਸ ਵਿੱਚ ਸੰਬੰਧ ਰੱਖਦੇ ਹਨ। ਸਭ ਤੋਂ ਪਹਿਲਾਂ ਅਸੀਂ ਸਮਾਜ ਅਤੇ ਭਾਸ਼ਾ ਦੇ ਆਪਸੀ ਸੰਬੰਧ ਦਾ ਜ਼ਿਕਰ ਕਰਦੇ ਹਾਂ, ਕਿਉਂਕਿ ਭਾਸ਼ਾ ਅਤੇ ਸਮਾਜ ਵਿੱਚ ਜ਼ਰੂਰੀ ਪਹਿਲੂ ਇੱਕੋ ਜਿਹੇ ਹਨ, ਜੋ ਕਿ ਇੱਕ ਦੂਜੇ ਉੱਤੇ ਨਿਰਭਰ ਕਰਦੇ ਹਨ। ਭਾਸ਼ਾ ਅਤੇ ਭਾਸ਼ਾ ਵਿਗਿਆਨ ਵਿੱਚ ਡੂੰਘਾ ਸੰਬੰਧ ਹੈ। ਭਾਸ਼ਾ ਵਿਗਿਆਨ ਦਾ ਹੋਰ ਵਿਗਿਆਨਾਂ ਨਾਲ ਕੀ ਸੰਬੰਧ ਹੈ, ਇਸ ਵਿੱਚ ਅਸੀਂ ਸਭ ਤੋਂ ਪਹਿਲਾਂ ਭਾਸ਼ਾ ਵਿਗਿਆਨ ਅਤੇ ਸਮਾਜ ਵਿਗਿਆਨ ਬਾਰੇ ਗੱਲ ਕਰਦੇ ਹਾਂ। ਭਾਸ਼ਾ ਵਿਗਿਆਨ ਭਾਸ਼ਾ ਦੇ ਅਧਿਐਨ ਦਾ ਵਿਗਿਆਨ ਹੈ। ਅਸੀਂ ਜਦੋਂ ਭਾਸ਼ਾ ਵਿਗਿਆਨ ਅਤੇ ਸਮਾਜ ਦੀ ਗੱਲ ਕਰਦੇ ਹਾਂ ਤਾਂ ਇਸ ਵਿੱਚ ਦੋ ਪਰਿਸਥਿਤੀਆਂ ਸਾਹਮਣੇ ਆਉਂਦੀਆਂ ਹਨ, ਜਿਸ ਵਿੱਚ ਪਹਿਲੀ ਸਥਿਤੀ ਸਮਾਜਿਕ ਸੰਦਰਭ ਹੈ ਅਤੇ ਦੂਜੀ ਸ਼ੈਲੀਗਤ ਹੈ। ਸ਼ੈਲੀਗਤ ਸੰਦਰਭ ਵਿੱਚ ਭਾਸ਼ਾਈ ਵਖਰੇਵਿਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਅਤੇ ਸਮਾਜਿਕ ਸੰਦਰਭ ਵਿੱਚ ਬੁਲਾਰੇ ਦੇ ਸਮਾਜਿਕ ਸੱਭਿਆਚਾਰ ਅਤੇ ਆਰਥਿਕ ਪਿਛੋਕੜ ਦੀ ਪੜਚੋਲ ਕੀਤੀ ਜਾਂਦੀ ਹੈ। ਡਾਕਟਰ ਸੁਖਵਿੰਦਰ ਸਿੰਘ ਸੰਘਾ ਲਿਖਦੇ ਹਨ, ਭਾਸ਼ਾ ਦੀ ਵਰਤੋਂ ਵਿੱਚ ਸਮਾਜਿਕ ਵੰਡ ਕੀ ਹੈ, ਜਾਤੀ ਪ੍ਰਬੰਧ ਕੀ ਹੈ, ਜਮਾਤੀ ਪ੍ਰਬੰਧ ਕੀ ਹੈ। ਇਹਨਾਂ ਪ੍ਰਸ਼ਨਾਂ ਦਾ ਉੱਤਰ ਭਾਸ਼ਾ ਵਿਗਿਆਨ ਨਹੀਂ, ਸਗੋਂ ਸਮਾਜ ਵਿਗਿਆਨ ਦਿੰਦਾ ਹੈ। ਭਾਸ਼ਾ ਦੇ ਵਖਰੇਵਿਆਂ ਨੂੰ ਸਮਝਣ ਲਈ ਭਾਸ਼ਾ ਦੇ ਸਮਾਜਿਕ ਪ੍ਰਬੰਧ ਨੂੰ ਸਮਝਣ ਦੀ ਜ਼ਰੂਰਤ ਪੈਂਦੀ ਹੈ। ਉਦਾਹਰਨ ਵਜੋਂ ਇੱਕ ਬੱਚਾ ਜੋ ਪੰਜਾਬੀ ਪਰਿਵਾਰ ਨਾਲ ਸੰਬੰਧ ਰੱਖਦਾ ਹੈ, ਪਰੰਤੂ ਪਾਲਣ ਪੋਸ਼ਣ ਬੰਗਾਲੀ ਪਰਿਵਾਰ ਕਰੇ ਤਾਂ ਉਸ ਦੀ ਭਾਸ਼ਾ ਵੀ ਬੰਗਾਲੀ ਹੋਵੇਗੀ, ਕਿਉਂਕਿ ਬੱਚਾ ਭਾਸ਼ਾ ਸਮਾਜ ਵਿੱਚੋਂ ਸਿੱਖਦਾ ਹੈ। ਭਾਸ਼ਾ ਵਿਗਿਆਨ ਅਤੇ ਸਮਾਜ ਵਿੱਚ ਇਸ ਤਰ੍ਹਾਂ ਦੀ ਇੱਕ ਸਾਂਝ ਹੈ ਜਿਸ ਦੇ ਅੰਤਰਗਤ ਭਾਸ਼ਾਵਾਂ ਨੂੰ ਵਿਚਾਰਿਆ ਜਾ ਸਕਦਾ ਹੈ। ਭਾਸ਼ਾ ਸ਼ਾਸਤਰੀਆਂ ਨੇ ਇਸ ਨੂੰ ਅਹਿਮ ਸਥਾਨ ਦਿੱਤਾ ਹੈ। ਸਾਡੇ ਕੋਲ ਅਗਲਾ ਪੁਆਇੰਟ ਹੈ ਭਾਸ਼ਾ ਵਿਗਿਆਨ ਤੇ ਮਨੋਵਿਗਿਆਨ। ਮਨੁੱਖ ਦੇ ਮਨ ਦੇ ਅਧਿਐਨ ਨੂੰ ਮਨੋਵਿਗਿਆਨ ਕਿਹਾ ਜਾਂਦਾ ਹੈ। ਮਨੁੱਖ ਮੁੱਢ ਕਦੀਮ ਤੋਂ ਹੀ ਪਰਮਾਤਮਾ ਦੇ ਰਹੱਸ ਬਾਰੇ ਜਾਣਨ ਦੀ ਕੋਸ਼ਿਸ਼ ਕਰਦਾ ਹੈ, ਪਰ ਮਨੁੱਖ ਦੇ ਸਰੀਰ ਦੇ ਅੰਦਰ ਮਨ ਦਾ ਵੀ ਇੱਕ ਰਹੱਸ ਹੈ, ਜਿਸ ਦੀ ਜਾਣਕਾਰੀ ਸਾਨੂੰ ਸਿਰਫ ਮਨੁੱਖੀ ਮਨ ਦੇ ਅਧਿਐਨ ਤੋਂ ਹੀ ਪਤਾ ਚੱਲਦੀ ਹੈ। ਇਸ ਤਰ੍ਹਾਂ ਕਿਸੇ ਤਰੀਕੇ ਨਾਲ ਮਨੁੱਖ ਦੇ ਮਨ ਦਾ ਅਧਿਐਨ ਕਰਨਾ ਹੀ ਮਨੋਵਿਗਿਆਨ ਹੈ। ਭਾਸ਼ਾ ਅਤੇ ਮਨੁੱਖ ਮਨ ਦਾ ਆਪਸ ਵਿੱਚ ਬਹੁਤ ਡੂੰਘਾ ਸੰਬੰਧ ਹੈ। ਮਨੁੱਖ ਦੀ ਧੁਨੀ ਤੋਂ ਲੈ ਕੇ ਸੰਚਾਰ ਅਤੇ ਸ਼੍ਰਵਣ ਤੱਕ ਦੇ ਸਫ਼ਰ ਨੂੰ ਮਨੁੱਖੀ ਮਨ ਹੀ ਸਮਝਦਾ ਹੈ। ਮਨੁੱਖ ਆਪਣੀਆਂ ਗਿਆਨ ਇੰਦਰੀਆਂ ਰਾਹੀਂ ਸੰਸਾਰ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਭਾਸ਼ਾ ਅਤੇ ਮਨੋਵਿਗਿਆਨ ਦੇ ਸੰਬੰਧ ਵਿੱਚ ਡਾਕਟਰ ਪਰਮਜੀਤ ਸਿੱਧੂ ਲਿਖਦੇ ਹਨ, ਬੱਚਾ ਜਨਮ ਸਮੇਂ ਤੋਂ ਲੈ ਕੇ ਭਾਸ਼ਾ ਕਿਵੇਂ ਬੋਲਣੀ ਸਿੱਖਦਾ ਹੈ, ਉਹ ਨਿਯਮਾਂ ਦੀ ਮਹਾਰਤ ਕਿਵੇਂ ਪ੍ਰਾਪਤ ਕਰਦਾ ਹੈ,
इस बारे नियम की जानकारी उसनूं कित्थों प्राप्त होंदी है, यह सारा कुछ मनोविग्यान के दायरे में आउंदा है। भाषा शास्त्रियों ने यह मन्निया है कि मनुखी मन के अंदर संकल्प हुंदे हन। इन्हां संकल्पां नूं ओह आवाज़ बिंबां राहीं प्रगट करता है। संकल्प अते आवाज़ मिल के चिन्ह बनाउंदे हन। इस तरह मन के संकल्प अते भाषा के आपसी रिश्ते विच वड्डी सांझ है। जिस तरह संकल्प अते भाषा की सांझ है, बिल्कुल उसे तरह मन के संकल्पां नूं जदों असीं भाषाई अध्ययन वजों देखते हाँ तां कुछ भाषाई नियम भी बनते हैं। इस तरह भाषा अते मनोविग्यान दे विच आपसी संबंध सदका ही संचार संभव है। इस तो बाद असीं भाषा विग्यान ते ਸਾਹਿਤ की गल करांगे। भाषा लिखत अते उचारण दोवां रूपां विच संचार करती है। शुरू विच जदों भाषा का निकास होया तां भाषा का लिखती रूप नहीं सी मिलता अते उचारण रूप ही मिलता सी। पुरातन ਸਾਹਿਤ पीढ़ी दर पीढ़ी मौखिक रूप विच हुंदा होया साडे तक पहुंचिया है। ਸਾਹਿਤ की सिरजना एक व्यक्ति की मौलिकता हुंदी है। जदों असीं ਸਾਹਿਤ सिरजना कर रहे हुंदे हां तां इस नूं असीं भाषाई कार्य का हिस्सा मान लैंदे हां। ਸਾਹਿਤ रचना के विश्लेषण नाल बोलचाल अते ਸਾਹਿਤ की भाषा का अंतर स्थापित किया जा सकता है। ਸਾਹਿਤ की आलोचना के नज़रिए तो डॉक्टर परमजीत सिद्धू लिखते हैं, भाषा विग्यान ਸਾਹਿਤ आलोचना नूं सिद्धे जां असिद्धे तरीके नाल प्रभावित करता है। इस असर विशेष करके विधि के पद्धर उत्ते वधेरे है। ਸਾਹਿਤ अते भाषा आपस ਵਿੱਚ अंतर संबंधित हैं। जदों असीं किसी ਸਾਹਿਤਕ किरत का विश्लेषण करते हाँ तां असीं उस दी भाषा का भी एनालिसिस कर रहे होंदे हां। रचना में देखा जा सकता है कि भाषा के पक्ष तो इसकी विशेषता की है। इस तरह के अध्ययन नूं शैली विग्यान के अंतर्गत भी विचारिया जाता है। इस विच भाषा विग्यान का अहम योगदान हुंदा है। अगे असीं भाषा विग्यान अते मन विग्यान की गल करांगे। भाषा का विकास कई सदियों तो निरंतर हो रहा है। असीं जदों भाषा के विकास की गल करते हाँ तां समाजिक विकास की गल करनी भी जरूरी हो जाती है। जिवें जिवें मनुख ने विकास किया उस तरह ही भाषा ने विकास किया। मानव विग्यान के संबंध में डॉक्टर बलदेव सिंह चीमा लिखते हैं, मनुखी समाज सभ्यता अते मनुख का विकास यह सारे विषय मानव विग्यान के घेरे में आउंदे हैं। मानव विग्यान नूं आधार बना के भाषा विग्यान की एक होर शाखा मानव विग्यान सिरजी गई। पुरातन इतिहास मुताबक यह गल सिद्ध हो चुकी है कि मनुखी भाषा का विकास उस समय शुरू होया जदों मनुख ने दरख्त तो उतर के धरती पर रहना शुरू कर दिता सी। अर्थात मनुख चार पैरों तो दो पैरों की वरतों करन लग पिया सी। सरीरक तौर पर अजिहियां तब्दीलियां मनुखी भाषा की शुरुआत करदियां हन। मनुख की सरीरक बनतर बदलण नाल मनुख की उचारण नली विच बदलाव आया, जिस नाल ओह कुछ अजिहियां धुनियां भी उचारण लग पिया जो कि भाषा का रूप धारण कर गया। मनुख के विकास विच समाज शरीर अते भाषा समानांतर विकास करते हैं। इसलिए भाषा के विकास की चर्चा करन समय मानव विकास का सहारा लेना पैदा है, क्योंकि मनुख के विकास नाल ही भाषा का विकास जुड़िया होया है। साडे कोल अगला विषय भाषा विग्यान ते भौतिक विग्यान है। भाषा विग्यान भाषाई धुनियां दा विग्यान है, जिस विच असी धुनी के उचार संचार अते श्रवण की गल करते हाँ। धुनी के पैदा होने तो लैके अर्थ ग्रहण करन तक के सफर नूं असी भौतिक विग्यान का हिस्सा मानते हाँ। इसके अध्ययन समय सानू तंतु विग्यान की जानकारी भी मिलती है। भौतिक विग्यान बारे डॉक्टर सुखविंदर सिंह संघा लिखते हैं, धुनी उत्पादन विच नाद तंत्रियां की कंबाहट राही उत्पन्न होईयां धुनियां दे गुणात्मक पहलू जिवें आवृत्ति तरंग लंबाई विस्तार अजिहे पक्ष हैं जो सीधे तौर पर भौतिक विग्यान के अध्ययन खेत्र का हिस्सा हैं। मनुखी धुनियां संचार करके जदों ਸਰੋਤੇ के ਕੰਨਾਂ राही प्रवेश करदियां ਹਨ ਤਾਂ ਇਹ ਨਵੇਂ अर्थ ਦਿੰਦੀਆਂ ਹਨ। शरीर के ਜਿਹੜੇ हिस्से ਵਿੱਚ अर्थ प्रदान ਹੁੰਦੇ ਹਨ इस ਨੂੰ ਅਸੀਂ तंतु विग्यान के हिस्से वजों विचार सकते हैं। भाषा शास्त्री इस शाखा ਨੂੰ तंतु विग्यान भाषा विग्यान भी कहते हैं। इस प्रकार ਦੀਆਂ ਧੁਨੀਆਂ ਦੇ श्रवण प्रक्रिया का संबंध दिमाग की अंदरूनी बनतर नाल है। बुलारे ਦੀਆਂ ਧੁਨੀਆਂ ਨੂੰ ਸਰੋਤਾ किस तरह गहन करता है, इसका अध्ययन तंतु विग्यान करता है। इसलिए असीं कह सकते हैं कि ਧੁਨੀਆਂ के उचार संचार और श्रवण विच भाषा विग्यान नूं जो अध्ययन खेत्र मिलता है वह भौतिक विग्यान हुंदा है, जिसके अंतर्गत तंतु विग्यान काम करता है।
ਅਤੇ ਇਹ ਇੱਕ ਵੱਖਰੀ ਸ਼ਾਖਾ ਵਜੋਂ ਵੀ ਕੰਮ ਕਰਦਾ ਹੈ। ਭਾਸ਼ਾ ਵਿਗਿਆਨ ਅਤੇ ਦਰਸ਼ਨ ਸ਼ਾਸਤਰ। ਭਾਸ਼ਾ ਦਾ ਵਿਕਾਸ ਪੀੜ੍ਹੀ ਦਰ ਪੀੜ੍ਹੀ ਹੁੰਦਾ ਹੋਇਆ ਆਧੁਨਿਕ ਸਰੂਪ ਵਿੱਚ ਪਹੁੰਚਿਆ ਹੈ। ਭਾਸ਼ਾ ਦੇ ਅਧਿਐਨ ਵਿੱਚ ਦਾਰਸ਼ਨਿਕਾਂ ਦਾ ਬਹੁਤ ਵੱਡਾ ਯੋਗਦਾਨ ਹੈ। ਸੰਸਾਰ ਦੀਆਂ ਵੱਖ-ਵੱਖ ਭਾਸ਼ਾਵਾਂ ਦੀ ਪ੍ਰਕਿਰਤੀ ਬਾਰੇ ਇਹਨਾਂ ਦੇ ਵੱਖਰੇ-ਵੱਖਰੇ ਵਿਚਾਰ ਹਨ। ਭਾਰਤੀ ਦਾਰਸ਼ਨਿਕਾਂ ਨੇ ਭਾਸ਼ਾ ਦੀ ਜਿਉਂਦੀ ਹੋਂਦ ਨੂੰ ਸਵੀਕਾਰ ਕੀਤਾ ਹੈ। ਉਹ ਕਹਿੰਦੇ ਹਨ ਕਿ ਸਧਾਰਨ ਵਰਤੋਂ ਵਿੱਚ ਕੀਤੀ ਗਈ ਗੱਲਬਾਤ ਭਾਸ਼ਾ ਹੁੰਦੀ ਹੈ ਅਤੇ ਜਦੋਂ ਅਧਿਆਤਮਿਕ ਪ੍ਰਗਟਾਵੇ ਲਈ ਭਾਸ਼ਾ ਦੀ ਵਰਤੋਂ ਕੀਤੀ ਜਾਵੇ ਤਾਂ ਬਾਣੀ ਹੁੰਦੀ ਹੈ। ਭਾਸ਼ਾ ਅਤੇ ਦਰਸ਼ਨ ਦੇ ਸੰਬੰਧ ਵਿੱਚ ਡਾਕਟਰ ਪਰਮਜੀਤ ਸਿੰਘ ਸਿੱਧੂ ਲਿਖਦੇ ਹਨ, ਭਾਰਤ ਦੀਆਂ ਕਲਾਸੀਕਲ ਰਚਨਾਵਾਂ ਵੇਦ, ਬ੍ਰਹਮਾ, ਦੇਵਤਿਆਂ ਦੁਆਰਾ ਰਚੀਆਂ ਗਈਆਂ ਮੰਨੀਆਂ ਜਾਂਦੀਆਂ ਹਨ। ਇਹਨਾਂ ਦੀ ਸਿਰਜਣਾ ਉਹਨਾਂ ਨੇ ਗਿਆਨ ਦੀ ਦੇਵੀ ਸਰਸਵਤੀ ਦੀ ਮਦਦ ਨਾਲ ਕੀਤੀ। ਸਰਸਵਤੀ ਦੀਆਂ 4 ਬਾਹਾਂ, ਇਹਨਾਂ ਵਿੱਚ ਫੜੇ ਸ਼ੰਖ, ਵੇਦ, ਵੀਣਾ, ਕਮਲ, ਫੁੱਲ, ਕਰਮਵਾਰ, ਧੁਨੀ, ਗਿਆਨ, ਸੰਗੀਤ ਆਦਿ ਦੇ ਪ੍ਰਤੀਕ ਚਿੰਨ੍ਹ ਹਨ। ਭਾਸ਼ਾ ਅਤੇ ਦਰਸ਼ਨ ਆਪਸ ਵਿੱਚ ਅੰਤਰ ਸੰਬੰਧਿਤ ਹਨ। ਭਾਰਤੀ ਦਾਰਸ਼ਨਿਕ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਭਾਸ਼ਾ ਦੇਵਤਿਆਂ ਦੀ ਉਪਜ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਭਾਸ਼ਾ ਵਿਗਿਆਨ ਦੇ ਅਧਿਐਨ ਵਿੱਚ ਦਰਸ਼ਨ ਦਾ ਅਹਿਮ ਪੱਖ ਹੈ, ਜੋ ਕਿ ਸਾਨੂੰ ਧਾਰਮਿਕ ਪੱਖ ਤੋਂ ਵੀ ਜਾਣਕਾਰੀ ਦਿੰਦਾ ਹੈ। ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਭਾਸ਼ਾ ਵਿਗਿਆਨ ਵਿੱਚ ਭਾਸ਼ਾ ਬਾਰੇ ਜਾਣਕਾਰੀ ਪ੍ਰਾਪਤ ਕਰਨ ਨਾਲ ਸਾਡੇ ਕੋਲ ਵਿਗਿਆਨਿਕ ਨਜ਼ਰੀਆ ਆਉਂਦਾ ਹੈ। ਅਸੀਂ ਜਦੋਂ ਭਾਸ਼ਾ ਦਾ ਵਿਗਿਆਨਿਕ ਤਰੀਕੇ ਨਾਲ ਅਧਿਐਨ ਕਰਦੇ ਹਾਂ ਤਾਂ ਉਹ ਭਾਸ਼ਾ ਵਿਗਿਆਨ ਹੈ। ਭਾਸ਼ਾ ਵਿਗਿਆਨ ਮਨ ਤੋਂ ਸ਼ੁਰੂ ਹੋ ਕੇ ਧਰਮ ਅਤੇ ਸਾਹਿਤ ਦਾ ਵੀ ਅਧਿਐਨ ਵਿਸ਼ਲੇਸ਼ਣ ਕਰਦੀ ਹੈ। ਭਾਸ਼ਾ ਵਿਗਿਆਨ ਭਾਵੇਂ ਇੱਕ ਸੁਤੰਤਰ ਵਿਸ਼ਾ ਹੈ, ਪਰ ਫਿਰ ਵੀ ਇਸ ਦੇ ਨਾਲ ਕਈ ਹੋਰ ਵਿਸ਼ੇ ਜਾਂ ਵਿਗਿਆਨ ਵੀ ਜੁੜੇ ਹੋਏ ਹਨ, ਜਿਨ੍ਹਾਂ ਦੀ ਪੜਚੋਲ ਅਸੀਂ ਭਾਸ਼ਾ ਵਿਗਿਆਨਿਕ ਨਜ਼ਰੀਏ ਤੋਂ ਕਰ ਸਕਦੇ ਹਾਂ। ਜਿਵੇਂ ਜਿਵੇਂ ਮਨੁੱਖ ਨੇ ਵਿਕਾਸ ਕੀਤਾ, ਉਸ ਦੇ ਨਾਲ ਹੀ ਭਾਸ਼ਾ ਨੇ ਵੀ ਵਿਕਾਸ ਕੀਤਾ। ਇਸ ਤਰ੍ਹਾਂ ਸਮੇਂ ਦੇ ਬਦਲਾਅ ਦੇ ਨਾਲ ਨਾਲ ਭਾਸ਼ਾ ਵਿਗਿਆਨ ਨੂੰ ਹੋਰ ਨਵੇਂ ਪਹਿਲੂਆਂ ਦੀ ਵੀ ਜ਼ਰੂਰਤ ਮਹਿਸੂਸ ਹੋਈ। ਇਹ ਨਵੇਂ ਪਹਿਲੂ ਭਾਸ਼ਾ ਵਿਗਿਆਨ ਦੇ ਨਾਲ ਨਾਲ ਅੰਤਰ ਸੰਬੰਧਿਤ ਹੁੰਦੇ ਹੋਏ ਵੀ ਕੁਝ ਵੱਖਰੀ ਪਛਾਣ ਸਥਾਪਿਤ ਕਰ ਚੁੱਕੇ ਹਨ। ਅਖੀਰ ਵਿੱਚ ਅਸੀਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਸ ਤਰ੍ਹਾਂ ਭਾਸ਼ਾ ਵਿਗਿਆਨ ਇੱਕ ਅਹਿਮ ਵਿਸ਼ਾ ਹੈ, ਦੂਸਰੇ ਵਿਗਿਆਨ ਵੀ ਇਸ ਦੇ ਘੇਰੇ ਦਾ ਵਿਸਥਾਰ ਕਰਦੇ ਹਨ। ਅੰਤ ਵਿੱਚ ਮੈਂ ਉਹਨਾਂ ਸਾਰੇ ਵਿਦਵਾਨਾਂ, ਖੋਜਾਰਥੀਆਂ ਤੇ ਸਹਿਯੋਗੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਦੀ ਆਧਾਰ ਸਮੱਗਰੀ ਵਿੱਚੋਂ ਕੁਝ ਅੰਸ਼ ਲੈ ਕੇ ਮੈਂ ਆਪਣਾ ਇਹ ਲੈਕਚਰ ਤਿਆਰ ਕਰਨ ਦੇ ਯੋਗ ਹੋਇਆ ਹਾਂ। ਉਸ ਲੜੀ ਵਿੱਚ ਸਭ ਤੋਂ ਪਹਿਲਾਂ ਡਾਕਟਰ ਹਰਕੀਰਤ ਸਿੰਘ ਜੀ, ਡਾਕਟਰ ਬਲਦੇਵ ਸਿੰਘ ਚੀਮਾ ਜੀ, ਡਾਕਟਰ ਸੁਖਵਿੰਦਰ ਸਿੰਘ ਸੰਘਾ ਜੀ, ਡਾਕਟਰ ਪਰਮਜੀਤ ਸਿੰਘ ਸਿੱਧੂ, ਡਾਕਟਰ ਬਲਦੇਵ ਚੀਮਾ ਤੇ ਇਸ ਤੋਂ ਇਲਾਵਾ ਹੋਰ ਅਜਿਹੇ ਵਿਦਵਾਨ ਜਿਨ੍ਹਾਂ ਦੀ ਖੋਜ ਰਚਨਾਵਾਂ ਇਸ ਲੈਕਚਰ ਦਾ ਹਿੱਸਾ ਬਣੀਆਂ ਹਨ, ਮੈਂ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਤੇ ਅੰਤ ਵਿੱਚ ਇਹ ਕਹਿਣਾ ਵੀ ਚਾਹੁੰਦਾ ਹਾਂ ਕਿ ਇਸ ਲੈਕਚਰ ਦੌਰਾਨ ਜੇਕਰ ਕੋਈ ਉਚਾਰਨ ਗਲਤੀ ਹੋ ਗਈ ਹੋਵੇ ਤਾਂ ਉਸ ਲਈ ਖਿਮਾ ਜਾਚਕ ਹਾਂ।